बिस्मिल्लाहिर्रहमानिर्रहीम। मैं हूं गुलाम मुर्ज़ा फनसुल्ता और आप इस वक्त हमारा यूट्यूब चैनल GMP इंस्पायर टीवी देख रहे हैं। तो नाजरीन, आज मेरा जितने भी मैंने वीडियो शूट किए हैं उसमें पहला इंटरव्यू है जो हम पंजाबी में करने जा रहे हैं। तो पढ़े लिखे आदमी के साथ इंटरव्यू होने जा रहा है। बहुत ही नाइस आदमी है। तो इनका थोड़ा सा मैं इंट्रो पहले आपको दे दूं कि ये मोहम्मद असमान असलम नाम है, 77 मराज से बिलोंग करते हैं। रोड के ऊपर इन्होंने गुजर टेंट सर्विस के हवाले से ये सामने बोर्ड लगा हुआ है। तो इनके ये सर्विसेज हैं, बहुत सालों से ये खदमात दे रहे हैं अंजाम इस इलाके में, कैटरिंग के हवाले से और टेंट के हवाले से। तो MA हिस्ट्री हैं इनकी क्वालिफ़िकेशन। ये कह लें कि पढ़े लिखे लोग इस फील्ड में आए हैं, तो साफ ज़ाहिर है जब पढ़े लिखे लोग इस ऐसे फील्ड में आएंगे तो क्वालिटी बहुत बेहतर होगी। वो पहले वाला जो निज़ाम था जिसमें अनपढ़ जो थोड़े पढ़े लिखे लोग चंद बर्तन रख के बैठ जाते थे, तो शायद अब वैसा नहीं है। तो आज हम इनके इस डेरे पर जिसका नाम है डेरा गुजरांदा, तो वहाँ पर मौजूद हैं। तो इनसे सवाल जवाब का सिलसिला पंजाबी में शुरू करते हैं। तो मोहम्मद उस्मान, अस्सलाम वालेकुम। जी वाशाम। तो आपसे मेरा ਤੁਹਾਡੇ ਕੋਲ ਸਵਾਲ ਆ ਕਿ ਇਹ ਜਿਹੜਾ ਟੈਂਟ ਸਰਵਿਸ ਖੋਲ੍ਹਣ ਦਾ ਜਿਹੜਾ ਖਿਆਲ ਸੀ ਉਹ ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ ਆਇਆ? ਦਰਅਸਲ ਜੀ ਮੇਰਾ ਟੈਂਟ ਸਰਵਿਸ ਖੋਲ੍ਹਣ ਦਾ ਖਿਆਲ ਇਹ ਸੀ ਕਿ ਪਹਿਲਾਂ ਮੈਂ ਟੈਂਟ ਦਾ ਕੰਮ ਸ਼ੁਰੂ ਕਰਾਂਗਾ। ਟੈਂਟ ਦੇ ਕੰਮ ਦੇ ਵਿੱਚ ਮੈਨੂੰ ਤਜਰਬਾ ਹੋਵੇ। ਉਸ ਤੋਂ ਬਾਅਦ ਬੇਸਿਕਲੀ ਜਿਹੜਾ ਸੀ ਨਾ ਜੀ ਮੇਰਾ ਇਰਾਦਾ ਸੀ ਉਹ ਸੀ ਸ਼ਾਦੀ ਹਾਲ ਦਾ, ਵੀ ਟੈਂਟ ਸਰਵਿਸ ਸਟਾਰਟ ਕਰਕੇ 2-4 ਸਾਲ ਤੋਂ ਬਾਅਦ ਮੈਂ ਸ਼ਾਦੀ ਹਾਲ ਬਣਾਵਾਂਗਾ। ਅਤੇ ਪਹਿਲੇ ਮੈਨੂੰ ਇਸ ਬਾਰੇ ਤਜਰਬਾ ਹੋ ਜਾਏਗਾ, ਇਸ ਫੀਲਡ ਦੇ ਮੁਤਲਕ ਮੈਂ ਮੁਕੰਮਲ ਮਾਲੂਮਾਤ ਲੈ ਲਾਂਗਾ। ਉਹਦੇ ਵਿੱਚ ਫਿਰ ਮੈਨੂੰ ਜ਼ਿਆਦਾ ਮਤਲਬ ਇਹ ਹੈ ਕਿ ਕਿਸੇ ਲਾਸ ਦਾ ਸਾਹਮਣਾ ਨਹੀਂ ਕਰਨਾ ਪੜੂਗਾ। ਅਤੇ ਇਸ ਲਈ ਜੀ ਫਿਰ ਮੈਂ ਟੈਂਟ ਸਰਵਿਸ ਦਾ ਕੰਮ ਕੀਤਾ। ਟੈਂਟ ਤੋਂ ਬਾਅਦ ਇਨਸ਼ਾਅੱਲਾ ਜੀ ਇਹਨੂੰ ਅਪਗ੍ਰੇਡ ਕਰ ਰਹੇ ਹਾਂ ਜੀ, ਅੱਲਾਹ ਪਾਕ ਖੈਰੀਅਤ ਕਰੇ ਜੀ। ਔਰ ਬਹੁਤ ਹੀ ਅੱਛਾ, ਬਹੁਤ ਹੀ ਮਿਆਰੀ ਮਤਲਬ ਇੱਕ ਜੀ ਸੋਫਾ ਵਗੈਰਾ ਔਰ ਚੌਨਟ ਵਾਲਾ ਸਿਸਟਮ ਜੀ ਬਹੁਤ ਹੀ ਅੱਛੀ ਯਾਨੀ ਕਿ ਜੀ ਸੈਟਅਪ ਟੈਂਟ ਦਾ ਵੀ ਦਿੱਤਾ ਜੀ ਇੱਥੇ। ਔਰ ਇਹ ਚਿਸ਼ਤੀਆਂ ਹਰੂਨਾਬਾਦ ਤਹਿਸੀਲ ਔਰ ਜ਼ਿਲ੍ਹਾ ਲੈਵਲ ਦਾ ਸੈਟਅਪ ਇੱਥੇ ਦਿੱਤਾ ਜੀ। ਹਾਂਜੀ, ਬੜੀ ਹਿੰਮਤ ਦੀ ਗੱਲ ਆ 77 ਮਰਾਦ ਦੇ ਵਿੱਚ ਇੱਕ ਨਵੀਆਂ ਚੀਜ਼ਾਂ ਨੂੰ ਇੰਟਰੋਡਿਊਸ ਕਰਾਉਣਾ। ਔਰ ਇਹ ਉਹ ਲੋਕ ਜਿਹੜੇ ਪੜ੍ਹ ਲਿਖ ਗਏ ਆ ਔਰ ਇਸ ਮੁਖਤਲਿਫ ਬਿਜ਼ਨਸ ਦੇ ਵਿੱਚ ਇਹਨਾਂ ਨੇ ਅਡਾਪਟ ਕੀਤੇ ਆ, ਅਤੇ ਬੜੀ ਖੁਸ਼ੀ ਹੁੰਦੀ ਆ ਜਿਸ ਲਈ ਇਹ ਕੋਈ ਕੰਮ ਕਰਦੇ ਆ। ਲੇਕਿਨ ਇਹਨਾਂ ਨੇ ਆਪਣੇ ਬਿਜ਼ਨਸ ਨੂੰ ਵੀ ਇਹ ਨਹੀਂ ਕਿ ਟਾਪ 'ਤੇ ਜਾ ਕੇ ਨਹੀਂ ਮਤਲਬ ਉਹਨਾਂ ਦੇ ਨਾਲ ਗੇਮ ਕਰਨੀ ਸ਼ੁਰੂ ਕੀਤੀ, ਬਲਕਿ ਉਹਨੂੰ ਕਿਤੇ ਅਲੱਗ ਬੇ ਸਟਾਰਟ ਤੋਂ ਲਿਆ ਆ। ਅਤੇ ਦੂਸਰਾ, ਟੈਂਟ ਸਰਵਿਸ ਦਾ ਤੁਹਾਡਾ ਸਾਫ ਸਾਰਾ ਇਲਾਕੇ 'ਚ ਕਾਮਯਾਬ ਹੋ ਗਿਆ ਔਰ ਬਹੁਤ ਅੱਛਾ। ਪਹਿਲਾਂ ਵੀ ਇੱਥੇ ਉਸਮਾਨ ਸਾਹਿਬ ਟੈਂਟ ਸਰਵਿਸ ਦੀਆਂ ਬਹੁਤ ਸਾਰੀਆਂ ਸ਼ਾਪ ਸੀ, ਦੁਕਾਨਾਂ ਸੀ। ਇਹ ਜਿਹੜਾ ਤੁਸੀਂ ਮਤਲਬ ਇਹ ਸ਼ਾਪ ਬਣਾਈ ਸੀ, ਪਹਿਲੇ ਵਾਲਿਆਂ ਤੋਂ ਕੀ ਡਿਫਰੈਂਟ ਸੀ ਤੁਹਾਡੇ ਕੋਲ, ਜਿਹੜਾ ਜੋ ਪਹਿਲਾਂ 77 ਮਰਾਦ ਜਾਂ 77 ਚੌਕ ਦੇ ਉੱਤੇ ਚੀਜ਼ਾਂ ਚੱਲ ਰਹੀਆਂ ਸੀ? ਦਰਅਸਲ ਜੀ ਟੈਂਟ ਦੀ ਕੁਆਲਿਟੀ ਬਹੁਤ ਹੈ ਜੀ। ਟੈਂਟ ਦੇ ਵਿੱਚ ਟੈਂਟ ਸਰਵਿਸ ਦੇ ਵਿੱਚ ਬਹੁਤ ਫਰਕ ਹੈ ਜੀ। ਇਹ ਨੇ ਜੀ ਪਹਿਲੇ ਜਿਹੜਾ ਸਿਸਟਮ ਸੀਗਾ ਲੋਕਾਂ ਦੇ ਕੋਲ ਉਹ ਸੀਗਾ ਵੀ ਮਤਲਬ ਇਹ ਹੈ ਕਿ ਬਹੁਤ ਲੋਅਰ ਲੈਵਲ ਦਾ। ਮੈਂ ਜੀ ਬਹੁਤ ਅੱਛੇ ਲੈਵਲ ਦਾ ਸੈਟਅਪ ਦਿੱਤਾ, ਵਿਦ ਸੋਫੇ ਦਿੱਤੇ ਨੇ ਜੀ। ਔਰ ਡਿਫਰੈਂਸ ਇਹ ਸੀ ਕਿ ਬਹੁਤ ਜ਼ਿਆਦਾ ਹਾਈਵੀ ਇਨਵੈਸਟਮੈਂਟ ਕਰਕੇ ਔਰ ਇੱਕ ਅੱਛੀ ਚੀਜ਼ ਜਿਹੜੀ ਆ ਆਵਾਮ ਨੂੰ ਦਿੱਤੀ ਜੀ। ਉਹ ਪਿਛਲੇ ਦੌਰ ਵਾਲੇ ਜੀ ਟੈਂਟ ਵਗੈਰਾ ਇਹ ਉਹ ਚੀਜ਼ ਨਹੀਂ ਜੀ। ਇੱਕ ਚੌਨਟ ਦਾ ਸੈਟਅਪ ਹੈ ਜੀ ਜੋ ਇਹਨਾਂ ਨੂੰ ਦਿੱਤਾ। ਔਰ ਤਕਰੀਬਨ 60-70 ਉਹਦੇ ਵਿੱਚ ਸੋਫਾ ਦਿੱਤਾ ਜੀ, ਸਿਟਿੰਗ ਜੀ। ਔਰ ਹਾਈ ਬੈਕ ਕੁਰਸੀ ਜੀ, ਮਤਲਬ ਪਹਿਲੇ ਮਿਨੀ ਕੁਰਸੀ ਚੱਲਦੀ ਸੀ ਜੀ ਪਲਾਸਟਿਕ ਇਹ ਹੋ ਉਹਨਾਂ ਲੋਕਾਂ ਦਾ ਉਹ ਪੁਰਾਣਾ ਸੈਟਅਪ ਸੀਗਾ। ਮੈਂ ਬਿਲਕੁਲ ਨਿਊ ਲਿਆ ਕੇ ਦਿੱਤਾ ਤਾਂ ਕਿ ਲੋਕਾਂ ਨੂੰ ਸਫ਼ਰ ਕਰਕੇ ਜਾਣਾ ਨਾ ਪਵੇ, ਚਿਸ਼ਤੀਆਂ ਹਰੂਨਾਬਾਦ ਬਹਾਵਲ ਨਗਰ ਜਾਂ ਦੂਰ ਦਰਾਜ਼ ਇਲਾਕੇ ਨਾ ਜਾਣਾ ਪਵੇ ਡਰਾਂ ਵਾਲੇ। ਉਹਨਾਂ ਨੂੰ ਇੱਥੇ ਘਰ ਦੇ ਵਿੱਚ ਹੀ ਹਰ ਚੀਜ਼ ਅਵੇਲ ਹੋ ਜਾਏ। ਉਸਮਾਨ ਸਾਹਿਬ, ਬਹੁਤ ਸਾਰੇ ਲੋਕ ਪੜ੍ਹ ਲਿਖ ਕੇ ਉਹਨਾਂ ਦੇ ਜ਼ਿਹਨ 'ਚ ਇੱਕ ਗੱਲ ਹੁੰਦੀ ਆ ਕਿ ਅਸੀਂ ਪੜ੍ਹ ਲਿਖ ਕੇ ਨੌਕਰੀ ਕਰਾਂਗੇ, ਜੌਬ ਕਰਾਂਗੇ, ਕੋਈ ਨਾ ਕੋਈ ਜੌਬ ਤੋਂ ਮਤਲਬ ਉਹਦੇ ਜ਼ਿਆਦਾ ਸਿਕਿਉਰ ਆਪਣੇ ਆਪ ਨੂੰ ਸਮਝਦੇ ਆ। ਅਤੇ ਤੁਸੀਂ ਜੌਬ ਵਾਲੇ ਸਿਸਟਮ ਛੱਡ ਕੇ ਬਿਜ਼ਨਸ ਵਾਲੀ ਸਾਈਡ 'ਤੇ ਆਏ, ਮਤਲਬ ਕੀ ਤੁਹਾਡੇ ਮਾਇੰਡ 'ਚ ਆਇਆ ਸੀ ਜਿਹੜਾ ਇਸ ਚੀਜ਼ ਦੀ ਤਰਫ ਤੁਸੀਂ ਮੂਵ ਕੀਤਾ? ਸਰ ਜੀ ਦਰਅਸਲ ਮੇਰਾ ਪਹਿਲੇ ਤੋਂ ਮਾਈਂਡ ਸੀਗਾ ਕੋਈ ਬਿਜ਼ਨਸ ਦਾ, ਬਿਜ਼ਨਸ ਸੈਟਅਪ ਦਾ, ਕਿਉਂਕਿ ਜੀ ਜੌਬ ਜਿਹੜੀ ਹੈ ਨਾ ਜੀ ਮੇਰੇ ਐਕਸਪੈਂਸਿਸ ਅਫੋਰਡ ਨਹੀਂ ਕਰ ਸਕਦੀ। ਮਤਲਬ ਮੇਰਾ ਇੱਕ ਸਿਸਟਮ ਯਾਰਾਂ ਦੋਸਤਾਂ ਦੇ ਨਾਲ ਡੇਰੇਦਾਰੀ ਦਾ ਜੀ, ਲੋਕਾਂ ਨਾਲ ਮੇਲ ਮਿਲਾਪ ਕਾਫੀ, ਫਿਰ ਸਿਆਸੀ ਸਮਾਜੀ ਸ਼ਖਸੀਅਤ ਨਾਲ ਬੜਾ ਮੇਲ ਮਿਲਾਪ ਜੀ। ਇਸ ਵਜ੍ਹਾ ਤੋਂ ਮੈਂ ਬਿਜ਼ਨਸ ਨੂੰ ਫੋਕਸ ਕਰਦਾ ਸੀ। ਬਿਜ਼ਨਸ ਵੱਧ ਸਕਦਾ ਜੀ
ਤੇ ਜੌਬ ਜਿਹੜੀ ਹੈ ਜੀ ਮਹਿਦੂਦ ਆ, ਬੰਦਾ 30 ਸਾਲ ਕਰੇ 25 ਸਾਲ, ਲੇਕਿਨ ਉਹ ਬੱਚਿਆਂ ਨੂੰ ਉਹਦਾ ਬੈਨੀਫਿਟ ਨਹੀਂ ਜੀ, ਕੋਈ ਬੱਚਾ ਨਹੀਂ ਆ ਸਕਦਾ। ਮੇਰੇ ਕੋਲ ਮਾਈਂਡ ਸਨ ਮੈਂ ਇਸ ਤਰ੍ਹਾਂ ਸਨ, ਤੇ ਮੈਂ ਇਸੇ ਵਜ੍ਹਾ ਤੋਂ ਫਿਰ ਮੈਂ ਬਿਜ਼ਨਸ ਦਾ ਸੋਚਿਆ ਸੀਗਾ ਵੀ ਬਿਜ਼ਨਸ ਹੀ ਕਰਾਂ, ਤੇ ਇਸੇ ਵਜ੍ਹਾ ਤੋਂ ਬਿਜ਼ਨਸ ਸ਼ੁਰੂ ਕੀਤਾ ਜੀ। ਅਲਹਮਦੁਲਿਲਾ ਇਹ ਬਿਜ਼ਨਸ ਜਿਹੜਾ ਜੀ ਮੈਂ ਅਪਗ੍ਰੇਡ ਕਰ ਰਿਹਾ, ਔਰ ਇਨਸ਼ਾਅੱਲਾ ਜੀ ਅੱਲਾਹ ਪਾ ਖੈਰੀਅਤ ਕੀਤੀ, ਔਰ ਬਸ਼ਰਤੇ ਜ਼ਿੰਦਗੀ ਜੀ 2-3 ਸਾਲ ਦੇ ਅੰਦਰ ਇਨਸ਼ਾਅੱਲਾ ਬਹੁਤ ਇੰਪਰੂਵ ਕਰ ਦਿਆਂਗੇ ਜੀ। ਇਹਦੇ ਨਾਲ ਨਾਲ ਤੁਸੀਂ ਕੋਈ ਹੋਰ ਵੀ ਆਪਣੇ ਪ੍ਰੋਜੈਕਟ ਦਾ ਜ਼ਿਕਰ ਕਰ ਰਹੇ ਸੀ, ਤੇ ਮੁਸਤਕਬਲ ਦੇ ਹਵਾਲੇ ਨਾਲ ਕੋਈ ਫਰਨੀਚਰ ਦੇ ਹਵਾਲੇ ਨਾਲ ਵੀ ਕੁਝ ਕਰਨਾ ਚਾਹੁੰਦੇ ਆ? ਹਾਂਜੀ ਸਰ, ਮੈਂ ਤੁਹਾਨੂੰ ਵਿਜ਼ਿਟ ਕਰਵਾਉਣਾ। ਮੈਂ ਇੱਕ ਮਤਲਬ ਪਲਾਜ਼ਾ ਇੱਕ ਬਣਾਇਆ ਜੀ 7 ਮਰਲੇ ਦੇ ਵਿੱਚ, ਉਹ ਟੋਟਲ ਫਰਨੀਚਰ ਵਾਸਤੇ ਬਣਾਇਆ ਜੀ। ਫਰਨੀਚਰ ਦੇ ਜਿਹੜੇ ਨਾ ਜੀ ਤਿਆਰਸ਼ੁਦਾ ਸੈੱਟ ਇੱਥੇ ਸ਼ੋਰੂਮ 'ਚ ਲਗਾ ਦਾਂਗੇ, ਪਬਲਿਕ ਆਏਗੀ, ਆਣ ਕੇ ਪਸੰਦ ਕਰੇਗੀ, ਲੈ ਜਾਏਗੀ ਜੀ। ਔਰ ਉਹ ਵੀ ਨਾਲ ਹੀ ਇਨਸ਼ਾਅੱਲਾ ਬਹੁਤ ਜਲਦ ਜੀ, ਤਕਰੀਬਨ ਇਸ ਸੀਜ਼ਨ ਦੇ ਵਿੱਚ ਹੀ ਜੀ ਉਹ ਸੈਟਅਪ ਸਟਾਰਟ ਕਰ ਰਹੇ ਹਾਂ। ਬਿਲਡਿੰਗ ਤਕਰੀਬਨ 80% ਕੰਪਲੀਟ ਹੋ ਗਈ ਜੀ, 20% ਕੰਮ ਰਹਿ ਗਿਆ ਉਹਦਾ ਜਿਹੜਾ ਹੋ ਰਿਹਾ ਜੀ। ਤੇ ਇਨਸ਼ਾਅੱਲਾ ਮਸਲ ਮਾਈਂਡ ਇਹ ਹੈ ਮੇਰਾ ਜੀ ਕਿ ਸ਼ਾਦੀ ਹਾਲ ਹੈ, ਤੇ ਨਾਲ ਇਹਦੇ ਫਰਨੀਚਰ ਦਾ ਸੈਟਅਪ ਜਾਂ ਕੋਈ ਹੋਰ ਮੋਟੀ ਆਈਟਮ, ਵੀ ਸਿਰਫ ਇਹ ਆ ਕਿ ਉਹਨਾਂ ਨੂੰ ਕਿਸੇ ਦੂਰ ਦਰਾਜ਼ ਸ਼ਹਿਰ ਦੇ ਵਿੱਚ ਜਾਣਾ ਨਾ ਪਵੇ, ਇੱਥੋਂ ਹਰ ਚੀਜ਼ ਅਵੇਲ ਹੋ ਜਾਵੇ, ਔਰ ਇੱਕ ਦਿਨ ਦੇ ਵਿੱਚ ਵੀ ਸ਼ਾਦੀ ਦਾ ਇਨਸ਼ਾਅੱਲਾ ਇੰਤਜ਼ਾਮ ਰੱਖਾਂਗੇ ਜੀ। ਬਹੁਤ ਅੱਛੀ ਗੱਲ ਹੈ ਜੀ, ਅਗਰ ਤੁਸੀਂ ਇੱਥੇ ਲੋਕਾਂ ਨੂੰ ਇੱਕ ਸਹੂਲਤ ਦੇਵੋਗੇ। ਔਰ ਹੋਮ ਡਿਲੀਵਰੀ ਦਾ ਕਨਸੈਪਟ ਜਿਹੜਾ ਬਾਹਰ ਸ਼ਹਿਰਾਂ ਦੇ ਵਿੱਚ, ਬੜੇ ਦੂਸਰੇ ਮੁਲਕਾਂ ਦੇ ਵਿੱਚ ਸੀ, ਤੇ ਅਗਰ ਸਾਡੇ ਚੱਕਾਂ ਦੇ ਵਿੱਚ ਆ ਜਾਏਗਾ, ਸਾਡੇ ਪਿੰਡਾਂ ਦੇ ਵਿੱਚ ਆ ਜਾਏਗਾ, ਤਾਂ ਬਹੁਤ ਲੋਕਾਂ ਵਾਸਤੇ ਸਹੂਲਤ ਬਣ ਜਾਏਗੀ। ਤੁਹਾਡੇ ਇਸ ਟੈਂਟ ਸਰਵਿਸ ਦਾ ਨਾਮ ਗੁਜਰ ਟੈਂਟ ਸਰਵਿਸ ਆ, ਤੇ ਫਰਨੀਚਰ ਦੇ ਸ਼ੋਰੂਮ ਦਾ ਨਾਮ ਇਹੀ ਰੱਖਣਾ ਚਾਹੋਗੇ ਜਾਂ ਕੋਈ ਚੇਂਜ ਕਰਨਾ ਚਾਹੋਗੇ? ਨਹੀਂ ਜੀ, ਫਰਨੀਚਰ ਦਾ ਚੇਂਜ ਕਰਨਾ ਚਾਹਾਂਗੇ ਜੀ। ਅਸਲ ਜਦੋਂ ਮੈਂ ਟੈਂਟ ਦਾ ਸਟਾਰਟ ਕੀਤਾ ਸੀ ਨਾ ਜੀ, ਉਹ ਫਿਰ ਮੈਂ ਗੁੱਜਰ ਫੈਮਿਲੀ ਨਾਲ ਤਲਕ ਰੱਖਦਾ ਜੀ, ਇਸ ਵਜ੍ਹਾ ਤੋਂ ਮੈਂ ਗੁੱਜਰ ਦੇ ਨਾਮ ਤੋਂ ਟੈਂਟ ਦਾ ਸੈਟਅਪ ਸਟਾਰਟ ਕਰ ਲਿਆ। ਲਿਹਾਜ਼ਾ ਹੁਣ ਜਿਹੜਾ ਸੈਟਅਪ ਜੀ ਮਾਰਕੀ ਵਗੈਰਾ ਜਿਹੜੀ ਲਗਾਵਾਂਗੇ, ਤੇ ਫਰਨੀਚਰ ਸ਼ੋਰੂਮ, ਮੇਰਾ ਬੇਟਾ ਹੈ ਜੀ, 2 ਬੇਟੇ ਨੇ ਮੇਰੇ ਮਾਸ਼ਾਅੱਲਾ, ਤੇ ਛੋਟੇ ਬੇਟੇ ਦਾ ਨਾਮ ਅਰਹਮ ਹੈ ਜੀ, ਉਸ ਦੇ ਨਾਮ ਤੋਂ ਇਹ ਲਾਂਚ ਕਰ ਰਹੇ ਜੀ। ਅਲ ਅਰਹਮ ਫਰਨੀਚਰ ਸ਼ੋਰੂਮ ਤੋਂ ਇਹ ਲਾਂਚ ਕਰ ਰਹੇ। ਇਸ ਤੋਂ ਇਲਾਵਾ ਵੀ ਕੁਝ ਕਰਨਾ ਚਾਹ ਰਹੇ ਹੈ? ਕੋਈ ਹੋਰ ਇੱਥੇ ਕੋਈ ਨਾਲ ਇਸ ਦੇ 2 ਚੀਜ਼ਾਂ ਦੇ ਨਾਲ ਨਾਲ? ਹਾਂਜੀ, ਹੋ ਰਿਹਾ ਜੀ, ਨਾਲ ਇੱਕ ਮਾਰਕੀ ਤਾਮੀਰ ਹੋ ਰਹੀ ਹੈ ਜੀ ਇਨਸ਼ਾਅੱਲਾ। ਕਰੀਬ ਮੇਰੇ ਕੋਲ ਐਗਰੀਮੈਂਟ ਹੋ ਗਏ ਨੇ ਪਾਰਟੀਆਂ ਦੇ ਨਾਲ, ਕੋਈ ਸ਼ੈੱਡ ਵਗੈਰਾ ਉਹਨਾਂ ਦਾ ਲੱਗੇਗਾ, ਭਰਤੀ ਵਗੈਰਾ ਸਾਰੀ ਪਾ ਲਈ ਹੈ ਜੀ, ਤੇ ਉਹ ਇਨਸ਼ਾਅੱਲਾ 1 ਸਾਲ ਦੇ ਅੰਦਰ ਅੰਦਰ ਉਹ ਵੀ ਮਾਰਕੀ ਜਿਹੜੀ ਉਹ ਵੀ ਇਨਸ਼ਾਅੱਲਾ ਤਿਆਰ ਹੋ ਜਾਏਗੀ ਜੀ, ਅੱਲਾ ਖੈਰੀਅਤ ਕਰੇ। ਤੇ ਨਾਲ ਮਾਰਕੀ ਹੈ ਜੀ, ਨਾਲ ਫਰਨੀਚਰ ਸ਼ੋਰੂਮ ਆ, ਔਰ ਕੁਝ ਪਲਾਨਿੰਗ ਹੈ ਨੇ ਮੁਸਤਕਬਲ ਦੇ ਬਾਰੇ ਦੇ ਵਿੱਚ। ਨੈਕਸਟ ਵਾਰ ਉਹ ਇਨਸ਼ਾਅੱਲਾ ਫਿਰ ਦੁਬਾਰਾ ਪਬਲਿਸ਼ਰ ਕਰਾਂਗੇ ਪਬਲਿਕ ਨੂੰ, ਉਹ ਜ਼ਰਾ ਜੀ ਫਿਊਚਰ ਜਿਹੜਾ ਜੀ, ਫਿਊਚਰ ਦੇ ਵਿੱਚ ਉਹ ਕੰਮ ਕਰਨੇ ਆ ਜੀ। ਫਿਲਹਾਲ ਇਹ ਸੈਟਅਪ ਸਟਾਰਟ ਕਰਨੇ ਆ। ਇਹ ਮਾਰਕੀ ਦਾ ਲਫ਼ਜ਼ ਜਿਹੜਾ ਆ, ਮੇਰੇ ਵਰਗੇ ਲੋਕਾਂ ਵਾਸਤੇ ਥੋੜ੍ਹਾ ਜਿਹਾ ਨਵਾਂ ਆ, ਤੇ ਕਈ ਲੋਕਾਂ ਨੂੰ ਸ਼ਾਇਦ ਨਹੀਂ ਸਮਝ ਆਏਗੀ। ਥੋੜ੍ਹਾ ਜਿਹਾ ਐਕਸਪਲੇਨ ਕਰੋਗੇ ਕੀ ਚੀਜ਼ ਹੁੰਦੀ ਜੀ ਹੈ? ਜੀ ਸਰ, ਅਸਲ ਮਾਰਕੀ ਜੀ ਸ਼ਾਦੀ ਹਾਲ ਸੀ ਜੀ। ਸ਼ਾਦੀ ਹਾਲ ਤੋਂ ਬਾਅਦ ਇੱਕ ਟ੍ਰੈਂਡ ਆ ਗਿਆ ਮਾਰਕੀ ਦਾ, ਜਿਸ ਦੀ ਚਾਦਰ ਦੀ ਛੱਤ ਲੱਗਦੀ ਹੈ ਜੀ, ਉਹਦੇ ਮਤਲਬ ਜੀ ਕਾਫੀ ਖੂਬਸੂਰਤੀ ਉਹਦੀ ਹੁੰਦੀ ਹੈ ਜੀ। ਤੇ ਮਾਰਕੀ ਦਾ ਅਸਲ ਮੀਨਿੰਗ ਤਾਂ ਹੈ ਜੀ ਖੈਮਾ, ਬੜਾ ਖੈਮਾ ਮਤਲਬ ਹੈ ਜੀ। ਤੇ ਉਹ ਬਸ ਲੇਟੈਸਟ ਟ੍ਰੈਂਡ ਜਿਹੜਾ ਆਇਆ ਨਾ ਜੀ, ਉਹ ਹੁਣ ਮਾਰਕੀ ਵਾਲਾ ਆਇਆ, ਸ਼ਾਦੀ ਹਾਲ ਪਿੱਛੇ ਹੋ ਗਿਆ, ਤੇ ਉਹ ਨਵਾਂ ਟ੍ਰੈਂਡ ਜਿਹੜਾ ਮਾਰਕੀ ਦਾ ਆ ਗਿਆ ਜੀ। ਹੁਣ ਮਾਰਕੀ ਜ਼ਿਆਦਾਤਰ ਲੋਕ ਲਗਾ ਰਹੇ ਨੇ, ਉਹਦੇ ਵਿੱਚ ਖੂਬਸੂਰਤੀ ਵੀ ਜ਼ਿਆਦਾ, ਇੱਕ ਬਹੁਤ ਬੜਾ ਐਜ ਹੈ ਜੀ ਉਹਦਾ, ਕਿ ਉਹਦੇ ਬੁਲਟ ਵਗੈਰਾ ਲੱਗਦੇ ਨੇ, ਔਰ ਉਹਦਾ ਐਗਰੀਮੈਂਟ ਹੁੰਦਾ ਪਾਰਟੀ ਲਾਹੌਰ ਤੋਂ, ਮੁਖਤਲਿਫ ਗੁਜਰਾਂ ਵਾਲੇ ਤੋਂ, ਦੂਰ ਦਰਾਜ਼, ਯਾਨੀ ਕਿ ਜੀ ਉਹਨਾਂ ਦੇ ਕਾਰਖਾਨੇ ਨੇ, ਉਹਨਾਂ ਨਾਲ ਐਗਰੀਮੈਂਟ ਹੁੰਦੇ। ਮੇਰਾ ਵੀ ਇਸੇ ਤਰ੍ਹਾਂ ਐਗਰੀਮੈਂਟ ਹੋਇਆ ਜੀ। MAS ਕੋ ਫਰਮ ਹੈ ਲਾਹੌਰ ਦੀ ਜੀ, ਸ਼ਾਹਿਦ ਮੁਗਲ ਨੇ ਜੀ ਉਹਦੇ ਆਨਰ, ਉਹਨਾਂ ਦੇ ਨਾਲ ਐਗਰੀਮੈਂਟ ਹੋਇਆ। ਉਹਨਾਂ ਨੇ ਮੈਨੂੰ ਛੱਤ ਲਾ ਕੇ ਦੇਣੀ ਹੈ, ਪੇਮੈਂਟ ਉਹਨਾਂ ਨੂੰ ਹੋ ਗਈ ਹੈ ਜੀ, ਤੇ ਉਹ ਛੱਤ ਦਾ ਕੰਮ ਅਨਕਰੀਬ ਸ਼ੁਰੂ ਹੋ ਜਾਣਾ। ਕਰੋਨਾ ਦੀ ਵਜ੍ਹਾ ਤੋਂ ਦਰਅਸਲ ਜੀ ਥੋੜਾ ਮਸਲਾ ਬਣਿਆ, ਲੇਟ ਹੋ ਗਏ ਆ, ਤੇ ਇਨਸ਼ਾਅੱਲਾ ਅੱਲਾਹ ਪਾ ਖੈਰੀਅਤ ਕਰੇ, ਹੋਰ 1-2 ਮਾਹ ਤੱਕ ਪ੍ਰੋਪਰ ਕੰਮ ਸ਼ੁਰੂ ਹੋ ਜਾਏਗਾ ਇਨਸ਼ਾਅੱਲਾ। ਇਸ ਦੇ ਨਾਲ ਨਾਲ ਕੁਝ ਹੋਰ ਨਵਾਂ ਕੁਝ ਕਰਨਾ ਚਾਹੁੰਦੇ ਹੋ? ਹਾਂਜੀ, ਇਹਦੇ ਨਾਲ ਜੀ ਇੱਕ ਟੱਕ ਸ਼ਾਪ ਵਗੈਰਾ ਵੀ ਦੇਵਾਂਗੇ, ਜਿਹਦੇ ਉੱਤੇ ਜੀ ਜੂਸ ਤੇ ਬੋਤਲ ਜਾਂ ਹੋਰ ਖਾਣ ਪੀਣ ਦੀ ਸਲਾਂਟੀ ਵਗੈਰਾ ਇਹ ਉਹ ਕੁਝ ਚੀਜ਼ ਮਿਲੇਗੀ। ਕਿਉਂਕਿ ਨਾ ਜੀ ਮੇਨ ਰੋਡ ਹੈ ਇਹ, ਡਾਹਰਾਵਾਲਾ ਤੋਂ ਹਾਸਲਪੁਰ ਰੋਡ ਜਿਹੜਾ ਮੇਨ ਰੋਡ ਆ ਜੀ, ਉਹਦੇ ਉੱਤੇ ਟੱਕ ਸ਼ਾਪ ਦੇਵਾਂਗੇ, ਜਿਹੜਾ ਲੋਕਾਂ ਨੂੰ ਵੀ ਫਾਇਦਾ ਹੋਏਗਾ, ਪਬਲਿਕ ਨੂੰ, ਆਣੇ ਜਾਣੇ ਵਾਲਿਆਂ ਨੂੰ। ਦੂਸਰਾ ਇਹ ਆ ਕਿ ਪਾਰਟੀ ਜਿਹੜੀ ਆਏਗੀ, ਮਤਲਬ ਸ਼ਾਦੀ ਹਾਲ ਦੇ ਵਿੱਚ ਫੰਕਸ਼ਨ ਵਾਸਤੇ, ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਏਗਾ, ਉਹ ਵੀ ਇਹ ਤੋਂ ਮੁਸਤਫਿਦ ਹੋਣਗੇ ਕੁਝ। ਇਹਦੇ ਵਿੱਚ ਇਹ ਵੀ ਆ ਕਿ ਕੋਈ ਬਰਾਤ ਆਉਂਦੀ ਆ, ਕੋਈ ਮਤਲਬ ਅਰੇਂਜਮੈਂਟਸ ਇੱਥੇ ਹੁੰਦੇ, ਸਾਫ਼ ਬੱਚੇ ਆਉਣਗੇ, ਤੇ ਉਹਨਾਂ ਨੂੰ ਕੋਈ ਵੀ ਚੀਜ਼ਾਂ ਪਰਚੇਜ਼ ਕਰਨ ਵਾਸਤੇ, ਐਂਟਰਟੇਨਮੈਂਟ ਦੀਆਂ ਕੋਈ ਪ੍ਰੋਬਲਮ ਨਹੀਂ ਹੋਏਗੀ।
ਅੱਛਾ, ਉਸ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਤੁਸੀਂ 3 ਤੋਂ 4 ਸਾਲ ਦੇ ਅੰਦਰ ਇਨਸ਼ਾਅੱਲਾ ਕੰਪਲੀਟ ਕਰ ਲਓਗੇ। ਇਨਸ਼ਾਅੱਲਾ। ਅੱਛਾ, ਆਖਰੀ ਮੇਰਾ ਸਵਾਲ ਆ ਕਿ ਸਾਫ਼ ਜ਼ਾਹਰਾ ਇੱਕ ਜਜ਼ਬੇ ਦੇ ਤਹਿਤ ਇਹ ਕੰਮ ਹੁੰਦਾ, ਇੱਕ ਸ਼ਹਿਰ ਨੂੰ ਇਗਨੋਰ ਕਰਕੇ ਚੱਕ ਦੇ ਵਿੱਚ ਸ਼ੁਰੂ ਕਰਨਾ ਕੰਮ। ਲੋਕ ਸ਼ਹਿਰਾਂ ਤੋਂ ਚੱਕਾਂ ਤੋਂ ਸ਼ਹਿਰਾਂ ਦੀ ਤਰਫ ਮੂਵ ਕਰਦੇ ਆ, ਤੁਸੀਂ ਸ਼ਹਿਰ ਨੂੰ ਛੋੜ ਕੇ ਚੱਕ ਦੇ ਵਿੱਚ ਹੀ ਸੈਟਅਪ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਲਕਿ ਬਹੁਤ ਸਾਰੇ ਚੱਕਾਂ ਨੂੰ ਇੱਕ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਇਹ ਤੁਹਾਡੇ ਕੋਲ ਜ਼ਿਹਨ 'ਚ ਖਿਆਲ ਕਿਸ ਤਰ੍ਹਾਂ ਆਇਆ ਕਿ ਮਤਲਬ ਸ਼ਹਿਰ 'ਚ ਕਿਉਂ ਨਾ ਇੰਨੀ ਇਨਵੈਸਟਮੈਂਟ ਕੀਤੀ ਜਾਵੇ, ਚੱਕ 'ਚ ਕੀਤੀ ਜਾਵੇ? ਸਰ ਦਰਅਸਲ ਇਹ ਆ ਕਿ ਇਹ ਜਿਹੜੇ ਕੰਮ ਹੁੰਦੇ ਨੇ ਜ਼ਿਆਦਾ ਪੁਰਸਕੂਨ ਏਰੀਆ ਨੂੰ ਆਵਾਮ ਜ਼ਿਆਦਾ ਪਸੰਦ ਕਰਦੀ ਆ। ਇਹੀ ਜਿਹੜਾ ਸ਼ਹਿਰ ਜਾ ਕੇ ਇਨਵੈਸਟਮੈਂਟ ਕਰਨੀ, ਉਹ ਰਸ਼ਟ ਏਰੀਆ ਹੁੰਦਾ ਜੀ, ਉੱਥੇ ਜ਼ਰਾ ਪਜੀਦਗੀ ਹੁੰਦੀ ਆ, ਆਵਾਮ ਇਹ ਜ਼ਰਾ ਸੁਨਸਾਨ ਇਲਾਕਾ ਹੋਵੇ ਤੇ ਸ਼ੋਰ ਨਾ ਹੋਵੇ, ਉੱਥੇ ਜ਼ਿਆਦਾ ਪਸੰਦ ਕਰਦੀ ਆਉਣਾ ਜਾਣਾ, ਔਰ ਉਨੀ ਫੈਸਿਲਿਟੀ ਜ਼ਿਆਦਾ ਦਿੱਤੀ ਜਾਏਗੀ। ਉਹਦੇ ਨਾਲ ਮਾਰਕੀ ਦਾ ਸੈਟਅਪ ਬਹੁਤ ਹੀ ਅੱਛਾ ਜੀ, ਮਤਲਬ ਇਹ ਕਲਾਸ ਸੈਟਅਪ ਜੀ ਇਨਸ਼ਾਅੱਲਾ ਸਟੈਂਡਰਡ ਆਪਣਾ ਫੈਡਰਲ ਸਟੈਂਡਰਡ ਦੇ ਮੁਤਾਬਕ ਦੇਵਾਂਗੇ ਜੀ। ਤੇ ਦੂਸਰਾ ਇਹ ਹੈ ਜੀ ਨਾਲ ਉਹਦੇ ਗਰਾਸੀ ਵਗੈਰਾ ਬਹੁਤ ਅੱਛਾ ਗਰਾਸੀ ਦੇਵਾਂਗੇ। ਤੇ ਥਰਡ ਇਹ ਹੈ ਜੀ ਕਿ ਜਿਹੜਾ ਹੈ ਨਾ ਜੀ ਸ਼ਹਿਰ ਡਾਰਾਂਵਾਲਾ, ਉਹ ਤਕਰੀਬਨ ਹੈ 7-8 ਕਿਲੋਮੀਟਰ। ਤੇ ਉਸ ਮਤਲਬ ਸ਼ਹਿਰ ਨੂੰ ਜਿਹੜੇ ਗੁਜ਼ਰ ਕੇ ਜਾਂਦੇ ਪਿੰਡ ਆ ਜੀ, ਤਕਰੀਬਨ 30-35 ਪਿੰਡ ਜਿਹੜੇ ਆ ਨਾ ਜੀ, ਉਹ ਗੁਜ਼ਰ ਕੇ ਜਾਂਦੇ ਉੱਥੋਂ, ਸਾਡੇ ਕੋਲੋਂ ਗੁਜ਼ਰਦੇ ਆ, ਸਾਡੇ ਅੱਡੇ ਦੇ ਉੱਤੋਂ ਗੁਜ਼ਰਦੇ ਆ, ਉੱਥੋਂ ਮੇਰੇ ਹਾਲ ਦੇ, ਹਾਂਜੀ ਹਾਲ ਦੇ ਕੋਲੋਂ ਗੁਜ਼ਰ ਕੇ ਜਾਂਦੇ ਆ, ਉਹ ਸ਼ਹਿਰ ਜਾਂਦੇ। ਉਹ ਜਿਹੜੇ ਲੋਕ ਸਫ਼ਰ ਕਰਕੇ ਅੱਗੇ ਸ਼ਹਿਰ 'ਚ ਜਾਣਾ, ਉਹ ਪਿੱਛੇ ਰੁਕ ਜਾਣਗੇ ਜੀ। ਤਕਰੀਬਨ ਆਲਮੋਸਟ 50 ਪਿੰਡ ਨੇ ਜੀ ਜਿਹੜੇ ਇਸ ਸਾਡੇ ਅੱਡੇ ਨੂੰ, ਇਸ ਜਗ੍ਹਾ ਨੂੰ ਟੱਚ ਕਰਦੇ ਆ, ਔਰ ਉਹ ਜਿਹੜੇ ਲੋਕ ਆ ਇੱਥੇ ਮੁਸਤਫਿਦ ਹੋਣਗੇ, ਉਹਨਾਂ ਨੂੰ ਹਰ ਚੀਜ਼ ਇੱਥੇ ਹੀ ਅਵੇਲ ਕਰਾਂਗੇ। ਔਰ ਮੇਰਾ ਇੱਕ ਮਾਈਂਡ ਹੈ ਜੀ ਕਿ ਚੀਜ਼ ਇਹ ਆ ਕਿ ਅੱਛੀ ਹੋਵੇ ਨਾ ਜੀ, ਤੇ ਬੇਸ਼ੱਕ ਸੁਨਸਾਨ ਏਰੀਆ ਹੋਵੇ, ਜੰਗਲ ਹੋਵੇ, ਪਬਲਿਕ ਉੱਥੇ ਵੀ ਚੱਲ ਜਾਂਦੀ। ਲੋਕ ਅੱਛੀ ਚੀਜ਼ ਨੂੰ ਪਸੰਦ ਕਰਦੇ ਕਿਉਂਕਿ ਜੀ ਇਹ ਪੜ੍ਹਿਆ ਲਿਖਿਆ ਮੁਆਸ਼ਰਾ ਪਹਿਲੇ ਤਰ੍ਹਾਂ ਨਹੀਂ ਹੈ, ਕਿ ਮਤਲਬ ਪਿਛਲਾ ਦੌਰ ਨਹੀਂ ਹੈ। ਹੁਣ ਤਾਂ ਜੀ ਪਬਲਿਕ ਜਿਹੜੀ ਆ ਉਹ ਅੱਛੀ ਚੀਜ਼ ਨੂੰ ਅਲੱਗ ਕਰਦੀ ਆ, ਤੇ ਜਿੱਥੇ ਵੀ ਹੋਵੇ ਆਵਾਮ ਪਹੁੰਚ ਹੀ ਜਾਂਦੀ ਹੈ ਜੀ। ਉਹ ਚੀਜ਼ ਅੱਛੀ ਹੋਣੀ ਚਾਹੀਦੀ ਆ, ਬਸ ਉਹਦਾ ਮਿਆਰ ਹੋਣਾ ਚਾਹੀਦਾ। ਯਾਨੀ ਸਟੈਂਡਰਡ ਦੀ ਜ਼ਰੂਰਤ ਆ, ਜਿਸ ਤਰ੍ਹਾਂ ਪੰਜਾਬ ਗਰੁੱਪ ਆਫ ਕਾਲਜਸ ਆ, ਜਾਂ ਜਿਸ ਤਰ੍ਹਾਂ ਹੋਰ ਬਹੁਤ ਅੱਛੀ ਸ਼ਾਪਸ ਹੋਣੀਆਂ ਸ਼ਹਿਰ ਤੋਂ ਬਾਹਰ ਬਣੀਆਂ, ਜਾਂ ਜਿਸ ਤਰ੍ਹਾਂ ਪੈਟਰੋਲ ਪੰਪਸ ਹੁੰਦੇ ਆ ਕਿਸੇ ਅੱਛੀ ਕੰਪਨੀ ਦੇ, ਅਤੇ ਉਹ ਅਗਰ ਬਾਹਰ ਵੀ ਹੋਣ ਤਾਂ ਲੋਕ ਉੱਥੇ ਨੂੰ ਮਤਲਬ ਪਹੁੰਚਦੇ ਆ, ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰਦੇ ਆ। ਅਤੇ ਨਾਜ਼ਰੀਨ, ਉਮੀਦ ਕਰਦਾ ਕਿ ਅੱਜ ਦਾ ਇੰਟਰਵਿਊ ਤੁਹਾਨੂੰ ਬਹੁਤ ਪਸੰਦ ਆਏਗਾ, ਔਰ ਉਸਮਾਨ ਸਾਹਿਬ ਨੇ ਜਿਹੜੀਆਂ ਚੀਜ਼ਾਂ ਹਾਈਲਾਈਟ ਕੀਤੀਆਂ, ਇਨ ਫਿਊਚਰ ਇਨਸ਼ਾਅੱਲਾ ਤੁਹਾਨੂੰ ਇਹ ਸਹੂਲਤਾਂ ਬਹੁਤ ਜਲਦ ਜਿਹੜੀਆਂ ਆ ਇਹ ਗੁੱਜਰ ਟੈਂਟ ਸਰਵਿਸ 'ਤੇ ਅਵੇਲੇਬਲ ਹੋਣਗੀਆਂ, ਔਰ ਇਹਨਾਂ ਦੇ ਰੇਟਸ ਵੀ ਇਨਸ਼ਾਅੱਲਾ ਉਸੇ ਹਿਸਾਬ ਨਾਲ ਮਿਆਰੀ ਬਿਹਤਰ ਮਤਲਬ ਆਮ ਆਵਾਮ ਦੀ ਪਹੁੰਚ ਦੇ ਵਿੱਚ ਰਹਿਣਗੇ। ਅਤੇ ਉਮੀਦ ਕਰਦਾ ਕਿ ਲੋਕ ਇਸ ਟੈਂਟ ਸਰਵਿਸ ਨੂੰ ਵੀ ਇੱਕ ਦਫਾ ਜ਼ਰੂਰ ਅਜ਼ਮਾਉਣ ਦੀ ਕੋਸ਼ਿਸ਼ ਕਰਨਗੇ, ਇੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੇ, ਇਸ ਕੁਆਲਿਟੀ ਨੂੰ ਦੇਖਣਗੇ, ਔਰ ਇਸ ਸਹੂਲਤ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਆਖਰ 'ਤੇ ਮੈਂ ਉਸਮਾਨ ਗੁੱਜਰ ਸਾਹਿਬ ਦੇ ਆਖਰੀ ਸਵਾਲ ਕਰਦਾ ਕਿ ਕੋਈ ਆਪਣੇ ਆਵਾਮ ਨੂੰ ਕੋਈ ਪੈਗਾਮ ਦੇਣਾ ਚਾਹੋ, ਆਪਣੇ ਲੋਕਾਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਅਜ਼ੀਜ਼ੋ ਅਹਿਬਾਬ ਨੂੰ? ਜੀ ਮੇਰਾ ਮੈਸੇਜ ਇਹ ਹੈ ਜੀ ਕਿ ਸਭ ਨੂੰ ਕੰਮ ਕਰਨਾ ਚਾਹੀਦਾ, ਖਾ ਛੋਟੇ ਪੈਮਾਨੇ 'ਤੇ ਕਰੋ, ਲੇਕਿਨ ਇਹ ਹੈ ਕਿ ਕੰਮ ਜ਼ਰੂਰੀ ਕਰਨਾ ਚਾਹੀਦਾ ਹੈ, ਵਕਤ ਦੀ ਜ਼ਰੂਰਤ ਵੀ ਹੈ। ਅਤੇ ਦੂਸਰਾ ਇਹ ਹੈ ਜੀ ਕੋਈ ਥੋੜ੍ਹਾ ਕਰ ਲਓ, ਲੇਕਿਨ ਇਹ ਹੈ ਕਿ ਚੰਗਾ ਕਰ ਲਓ, ਸੈਟਅਪ ਅੱਛਾ ਕਰ ਲਓ, ਲੇਕਿਨ ਥੋੜ੍ਹਾ ਕਰ ਲਓ, ਜ਼ਿਆਦਾ ਮਤਲਬ ਨਾ ਕਰੋ। ਅਤੇ ਇਹ ਜਿਹੜਾ ਨਾ ਜੀ ਬਿਜ਼ਨਸ ਆ, ਬਿਜ਼ਨਸ 'ਚ ਬੜੀ ਬਰਕਤ ਹੈ ਜੀ, ਇਹ ਮੁਲਾਜ਼ਮਤ ਨਾਲੋਂ ਬਹੁਤ ਹੀ ਅੱਛਾ ਆ। ਅਗਰ ਅੱਲਾਹ ਪਾਕ ਤੁਹਾਨੂੰ ਇਹ ਆ ਕਿ ਮਾइंड ਵੀ ਦੇਵੇ ਔਰ ਇਤਨੇ ਸੋਰਸਿਸ ਵੀ ਦੇਵੇ, ਤਾਂ ਬਿਲਕੁਲ ਬਿਜ਼ਨਸ ਕਰਨਾ ਚਾਹੀਦਾ ਜੀ। ਸਭ ਤੋਂ ਬੈਸਟ ਹੈ ਜੀ, ਕਿਉਂਕਿ ਆਪ ਸੱਲਮ ਦਾ ਵੀ ਫਰਮਾਨ ਆ, ਇਰਸ਼ਾਦ ਨਬਵੀ ਆ ਕਿ ਤਜਾਰਤ ਦੇ ਵਿੱਚ 99% ਜਿਹੜਾ ਨੇ ਜੀ ਉਹ ਨਫਾ ਆ। ਔਰ ਮੇਰਾ ਮੈਸੇਜ ਇਹੀ ਆ ਕਿ ਹਰ ਮੇਰੇ ਭਾਈ ਨੂੰ ਕੰਮ ਕਰਨਾ ਚਾਹੀਦਾ, ਮਤਲਬ ਇਹ ਨਹੀਂ ਕਰਨਾ ਚਾਹੀਦਾ ਕਿ ਹੋਰ ਕਰਨਾ ਚਾਹੀਦਾ, ਲੇਕਿਨ ਕੰਮ ਨੇਕ ਨੀਤੀ ਦੇ ਨਾਲ ਔਰ ਨੇਕ ਨੀਤੀ ਨਾਲ ਕਰਨਾ ਚਾਹੀਦਾ। ਔਰ ਦੂਸਰਾ ਇਹ ਹੈ ਜੀ ਕਿ ਮਿਹਨਤ ਕਰਕੇ ਦਿਲ ਲਗਾ ਕੇ ਕਰਨਾ ਚਾਹੀਦਾ। ਬਾਕੀ रोज़ी वो अल्लाह के कोल है जी, अल्लाह पाक ने रिज़्क़ जेड़ा भी वो नसीबां वो बंदे नूं देना है। तो उम्मीद करता हूँ कि आज की वीडियो आपको पसंद आई होगी। तो आपको अगर जो हमारी वीडियो अच्छी लगे तो हमारे चैनल को आप लाइक कीजिएगा, इस वीडियो को लाइक कीजिएगा, कमेंट्स दीजिएगा, ताकि आने वाले दिनों में हम और बेहतरी ला सकें गुजर टेंट सर्विस के अंदर। और हमारे चैनल को सब्सक्राइब करना ना भूलिएगा। तो इसी उम्मीद के साथ कि अल्लाह ताला आपका हामी नासर हो। पाकिस्तान जिंदाबाद।